ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੋ। ਤੂੰ ਠਾਕੁਰ ਊਚ ਭਗਵਾਨਾ। ਕਿਰਪਾ ਕਰਹੁ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਏਹੀ। ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਵਾਸ ਨ ਪਰਿਆ। ਜੇਤਾ ਸਮੁੰਦ ਸਾਗੁਰ ਨੀਰ ਭਰਿਆ। ਤੇਤੇ ਔਗਣ ਹਮਾਰੇ। ਦਇਆ ਕਰਹੁ ਕਿਸ ਮਿਹਰ ਉਪਾਵਹੁ। ਡੁੱਬਦੇ ਪੱਥਰ ਤਾਰੇ। ਜੀ ਆੜਾ ਆਗਨ ਬਰਾਬਰ ਤਪੈ। ਭੀਤਰ ਵਗੈ ਕਾਤੀ। ਪ੍ਰਣਬਤ ਨਾਨਕ ਹੁਕਮ ਪਛਾਣੈ। ਸੁਖ ਹੋਵੈ ਦਿਨ ਰਾਤੀ। ਸੋ ਕਹੁ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਘਾਤਕ ਕਰਮ ਕਮਾਵਣੇ। ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ। ਵਿਆਪਣ ਸੰਭੇ ਰੋਗ। ਬੇਮੁਖ ਹੋਏ ਰਾਮ ਤੇ। ਲਗਣ ਜਨਮ ਵਿਜੋਗ। ਖਿਨ ਮਹ ਕੌੜੇ ਹੋਏ ਗਏ। ਜਿਤੜੇ ਮਾਇਆ ਭੋਗ। ਬਿਚ ਨਾ ਕੋਈ ਕਰ ਸਕੈ। ਕਿਸ ਥਾਰੋ ਰੋਜ। ਕੀਤਾ ਕਿਛੁ ਨ ਹੋਵਈ। ਲਿਖਿਆ ਤੁਰ ਸੰਜੋਗ। ਬੜ ਭਾਗੀ ਮੇਰਾ ਪ੍ਰਭ ਮਿਲੈ। ਤਾਂ ਉਤਰ ਹੈ ਸੰਯੋਗ। ਨਾਨਕ ਕਉ ਪ੍ਰਭ ਰਾਖ ਲੇ। ਮੇਰੇ ਸਾਹਿਬ ਬੰਦੀ ਮੋਚ।
ਕਾਤਕ ਹੋਵੈ ਸਾਧ ਸੰਗ, ਬਿਨ ਸਹੈ ਸੰਬੇ ਸੋਚ। ਕਾਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪੰਚਮ ਪਾਤਸ਼ਾਹ ਮਾਝ ਰਾਗ ਦੇ ਅੰਦਰ 12 ਮਾਹਾਂ ਮਾਝ ਦੇ ਦੁਆਰਾ ਕੱਤਕ ਦੇ ਮਹੀਨੇ ਦੁਆਰਾ ਅੰਮ੍ਰਿਤਮਈ ਉਪਦੇਸ਼ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ। ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਅੰਮ੍ਰਿਤਮਈ ਬਾਣੀ ਦੇ ਤਾਈਂ ਸ਼ਰਵਣ ਕਰ ਰਹੇ ਹੋ। ਕੱਤਕ ਦੇ ਮਹੀਨੇ ਦੁਆਰਾ ਜੋ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਥੋੜ੍ਹੇ ਸਮੇਂ ਦੇ ਵਾਸਤੇ ਵਿਚਾਰ ਕੀਤੀ ਜਾਣੀ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਨੇ, ਕਾਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਸਤਿਗੁਰੂ ਜੀ ਕਹਿੰਦੇ ਹੈ ਜੀਵ, ਹੇ ਮਨੁੱਖ, ਤੇਰੇ ਕੀਤੇ ਹੋਏ ਕਰਮਾਂ ਦਾ ਫਲ ਤੈਨੂੰ ਮਿਲ ਰਿਹਾ। ਕਿਸੇ ਨੂੰ ਸਤਿਗੁਰੂ ਜੀ ਕਹਿੰਦੇ ਕਿਉਂ ਦੋਸ਼ ਦੇਣਾ ਕਰਦੇ, ਕਿਸੇ ਦੇ ਤਾਈਂ ਕੀ ਦੋਸ਼ ਦੇ ਰਹੇ ਹੈ। ਤੇਰੇ ਕੀਤੇ ਹੋਏ ਕਰਮਾਂ ਦਾ ਫਲ ਹੈ। ਕਰਮ ਜੋ ਹੈ ਦੋ ਪ੍ਰਕਾਰ ਦੇ ਮੰਨੇ ਗਏ। ਇੱਕ ਪਾਪ ਕਰਮ ਹੈ, ਦੂਸਰਾ ਪੁੰਨ ਕਰਮ ਹੈ। ਪੁੰਨ ਕਰਮ ਔਰ ਪਾਪ ਕਰਮ। ਪੁੰਨ ਕਰਮ ਨੂੰ ਵਿਦਵਾਨਾਂ ਨੇ 4 ਹਿੱਸਿਆਂ ਵਿੱਚ ਵੰਡਿਆ: ਨਿਤ ਕਰਮ, ਨਮਿਤ ਕਰਮ, ਕਾਮਿਆ ਕਰਮ ਤੇ ਪ੍ਰਾਸ਼ਚਿਤ ਕਰਮ। ਜਿਹੜਾ ਜੰਮਣ ਮਰਨ ਦੇ ਚੱਕਰ ਵਿੱਚ ਪਾਉਣ ਵਾਲਾ ਹੈ, ਬੰਧਨਾਂ ਵਿੱਚ ਪਾਉਣ ਵਾਲਾ ਹੈ, ਉਹ ਆ ਕਾਮਿਆ ਕਰਮ ਤੇ ਪਾਪ ਕਰਮ। ਪੁੰਨ ਕਰਮ ਦਾ ਜਿਹੜਾ ਕਾਮਿਆ ਕਰਮ ਹਿੱਸਾ ਹੈ, ਇਹ ਵੀ ਜੀਵ ਨੂੰ ਬੰਧਨਾਂ ਵਿੱਚ ਪਾਉਂਦਾ ਹੈ, ਤੇ ਪਾਪ ਕਰਮ ਨੇ ਤਾਂ ਬੰਧਨਾਂ ਵਿੱਚ ਪਾਉਣਾ ਹੀ ਹੈ। ਕਾਮਿਆ ਕਰਮ ਤੋਂ ਭਾਵ ਹੁੰਦਾ ਹੈ ਕਿ ਜਦ ਕੋਈ ਅਸੀਂ ਪੁੰਨ ਧਰਮ ਕਰਮ ਕਰਦੇ ਹਾਂ ਪੁੰਨ ਦਾ, ਉਦੋਂ ਕੋਈ ਕਾਮਨਾ ਨੂੰ ਮੁੱਖ ਰੱਖ ਕੇ ਕਰਦੇ ਹਾਂ ਕਿ ਆਹ ਸਾਡੀ ਇੱਛਾ ਪੂਰੀ ਹੋ ਜਾਵੇ, ਆਹ ਕਾਮਨਾ ਪੂਰੀ ਹੋ ਜਾਵੇ ਤਾਂ ਮੈਂ ਆਹ ਕਰਮ ਕਰਾਂਗਾ। ਉਹ ਕਾਮਿਆ ਕਰਮ ਹੈ, ਇੱਛਾ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ। ਜਿਹੜਾ ਉਹ ਹੈ ਉਹ ਜੀਵ ਨੂੰ ਬੰਧਨਾਂ 'ਚ ਪਾਉਂਦਾ ਹੈ। ਕਾਮਿਆ ਕਰਮ ਕਰ ਦਿੱਤਾ ਹੈ, ਇੱਛਾ ਪੂਰੀ ਹੋ ਗਈ ਹੈ, ਫਿਰ ਹੰਕਾਰ ਹੋ ਗਿਆ ਵੀ ਮੈਂ ਕੀਤਾ ਹੈ। ਉਸ ਦੇ ਕਾਰਨ ਬੰਧਨਾਂ 'ਚ ਪੈ ਗਏ ਹੈ, ਜੰਮਣ ਮਰਨ ਦੇ ਚੱਕਰ ਵਿੱਚ ਪੈ ਗਏ ਹੈ। ਅਤੇ ਜਿਹੜਾ ਪਾਪ ਕਰਮ ਹੈ, ਇਹ ਵੀ ਜੀਵ ਨੂੰ ਜੰਮਣ ਮਰਨ ਦੇ ਚੱਕਰ ਵਿੱਚ ਪਾਉਂਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਕਰਮ ਤੂੰ ਕਮਾ ਰਿਹਾ ਹੈ, ਤੇਰੇ ਕਰਮਾਂ ਦਾ ਫਲ ਤੈਨੂੰ ਮਿਲ ਰਿਹਾ। ਜਿਹੜੇ ਪਿਛਲੇ ਜਨਮ ਦੇ ਕੀਤੇ ਹੋਏ ਪੂਰਬਲੇ ਕਰਮ ਨੇ, ਉਹਦੇ ਅਨੁਸਾਰ ਵਾਹਿਗੁਰੂ ਪਰਮੇਸ਼ਰ ਨੇ ਲੇਖ ਲਿਖ ਦਿੱਤਾ ਹੈ, ਅਤੇ ਉਹ ਲੇਖਾਂ ਦੇ ਮੁਤਾਬਕ ਤੂੰ ਦੁੱਖ ਸੁੱਖ ਨੂੰ ਭੋਗ ਰਿਹਾ ਹੈ। ਉਹਦੇ ਮੁਤਾਬਕ ਦੁੱਖ ਸੁੱਖ ਭੋਗ ਰਿਹਾ ਹੈ, ਤੇਰੇ ਕੀਤੇ ਕਰਮਾਂ ਦਾ ਫਲ ਹੈ। ਜੇ ਕਿਤੇ ਕਹਿੰਦੇ ਜਿਹੜਾ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਉਹ ਮਿਟਦਾ ਨਹੀਂ ਹੈ। ਲੇਖ ਨਾ ਮਿਟਾਈ ਹੇ ਸਖੀ ਜੋ ਲਿਖਿਆ ਕਰਤਾਰ। ਜਿਹੜਾ ਕਰਤਾਰ ਨੇ, ਪਰਮਾਤਮਾ ਨੇ ਲੇਖ ਲਿਖ ਦਿੱਤਾ ਹੈ, ਉਹ ਲੇਖ ਤਾਂ ਮਿਟਣਾ ਨਹੀਂ ਹੈ।
पर जे गुरु ਦੀ शरण ਵਿੱਚ आ गए गुरु किरपा कर ਦਿੰਦਾ ਉਸ ਲੇਖ ਨੂੰ ਸੁਪਨੇ ਦੇ ਵਿੱਚ ਭੁਗਤਾ ਦਿੰਦਾ। ਜਿਵੇਂ ਸੰਕੇਤ ਮੰਡੀ ਦਾ ਰਾਜਾ ਹਰੀ ਸੈਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਇਆ ਤੇ ਆਉਂਦਿਆਂ ਹੋਇਆਂ ਇੱਕ ਗੁਰਸਿੱਖ ਬਾਣੀ ਪੜ੍ਹ ਰਿਹਾ ਸੀ। ਇਹਦੇ ਕੰਨਾਂ ਵਿੱਚ ਪੰਗਤੀ ਪੈ ਗਈ ਹੈ, ਲੇਖ ਨ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ, ਕਿ ਜੋ ਪ੍ਰਮਾਤਮਾ ਨੇ ਲੇਖ ਲਿਖ ਦਿੱਤਾ ਉਹ ਮਿਟਣਾ ਨਹੀਂ ਹੈ। ਮਨ ਵਿੱਚ ਸ਼ੰਕਾ ਹੋਈ ਕਿ ਜਦ ਲੇਖ ਹੀ ਨਹੀਂ ਮਿਟਣਾ ਫਿਰ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਲਾਭ ਹੋਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੂੰ ਕਹਿਣ ਲੱਗਾ, ਸਤਿਗੁਰੂ ਜੀ ਜਦ ਲੇਖ ਮਿਟਣਾ ਹੀ ਨਹੀਂ ਹੈ ਫਿਰ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਲਾਭ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਰਾਜਨ ਹਰੀ ਸੈਨ ਅੱਜ ਤੂੰ ਜਾ ਆਪਣੇ ਤੰਬੂ ਵਿੱਚ, ਇਹ ਗੱਲ ਦਾ ਉੱਤਰ ਤੈਨੂੰ ਕੱਲ੍ਹ ਨੂੰ ਦੇਵਾਂਗੇ। ਦੂਸਰੇ ਦਿਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਇਹ ਸੰਕੇਤ ਮੰਡੀ ਦੇ ਰਾਜੇ ਹਰੀ ਸੈਨ ਨੂੰ ਨਾਲ ਲੈ ਗਏ ਹੈ ਸ਼ਿਕਾਰ ਖੇਲਣ ਦੇ ਬਹਾਨੇ। ਤੇ ਇੱਧਰ ਇਹਨੂੰ ਸੁਪਨਾ ਆਇਆ। ਸੁਪਨੇ ਵਿੱਚ ਕੀ ਦੇਖਦਾ ਹੈ ਕਿ ਇੱਕ ਚੰਡਾਲ ਦੇ ਘਰ ਜਨਮ ਹੋਇਆ, ਬੱਚੇ ਹੋ ਗਏ ਹੈ ਤੇ ਬਾਹਰ ਗਿਆ। ਇਹਨੇ ਬਣ ਥੱਲੇ ਬੈਠ ਕੇ ਪੀਲਾਂ ਵੀ ਖਾਧੀਆਂ ਨੇ ਬਣਦੀਆਂ ਤੋੜ ਕੇ, ਤੇ ਜਦ ਇਹਦੀ ਮੌਤ ਹੋ ਗਈ ਹੈ ਇਸ ਨੂੰ ਕਬਰ ਦੇ ਵਿੱਚ ਦਫਨਾ ਦਿੱਤਾ ਗਿਆ। ਉਸ ਤੋਂ ਬਾਅਦ ਇਹਨੂੰ ਜਾਗ ਆਈ, ਦੇਖਿਆ ਕਿ ਮਨਾ ਇਹ ਤਾਂ ਸੁਪਨਾ ਸੀ। ਸਤਿਗੁਰੂ ਜੀ ਸ਼ਿਕਾਰ ਖੇਲਣ ਦੇ ਬਹਾਨੇ ਲੈ ਕੇ ਗਏ ਹੈ ਤੇ ਇਹ ਉਸੇ ਬਣ ਦੇ ਦਰਖਤ ਥੱਲੇ ਗਿਆ। ਦੇਖਿਆ ਕਿ ਆਹ ਬਣ ਸੁਪਨੇ ਵਿੱਚ ਦੇਖਿਆ ਮੈਂ, ਪੀਲਾਂ ਵੀ ਖਾਧੀਆਂ ਤੇ ਇੱਥੇ ਹਿੜਕਾਂ ਵੀ ਪਈਆਂ ਤੇ ਬਿਸ਼ਟਾ ਵਿੱਚ ਵੀ ਫੁਲਕ ਆਏ ਹੈ। ਇਹ ਕੀ ਗੱਲ ਹੋਈ ਹੈ, ਕੀ ਕਾਰਨ ਹਾਲੇ ਸੋਚ ਹੀ ਰਿਹਾ ਹੈ ਕਿ ਉਹ ਚੰਡਾਲ ਦੇ ਪੁੱਤਰ ਆ ਗਏ, ਆ ਕਰਕੇ ਬਾਹਾਂ ਫੜਨ ਲੱਗੇ, ਕਹਿਣ ਲੱਗੇ ਸਾਨੂੰ ਧੋਖਾ ਦੇ ਕੇ ਇੱਥੇ ਆ ਕੇ ਬੈਠ ਗਿਆ, ਅਸੀਂ ਮਰਿਆ ਸਮਝ ਕੇ ਕਬਰ 'ਚ ਦਫਨਾਤਾ ਤੇ ਤੂੰ ਇੱਥੇ ਬੈਠਾ ਨਿਕਲ ਕਰਕੇ। ਰੌਲਾ ਪਿਆ। ਉਹ ਕਹਿੰਦਾ ਮੈਂ ਸੰਕੇਤ ਮੰਡੀ ਦਾ ਰਾਜਾ ਹਰੀ ਸੈਨ ਹਾਂ ਤੇ ਚੰਡਾਲ ਕਹਿੰਦੇ ਆ ਤੂੰ ਸਾਡਾ ਪਿਤਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਏ, ਕਹਿਣ ਲੱਗੇ ਭਾਈ ਕੀ ਗੱਲ ਹੈ। ਕਹਿੰਦੇ ਜੇ ਸਾਡਾ ਪਿਤਾ ਸਾਨੂੰ ਧੋਖਾ ਦੇ ਕੇ ਇੱਥੇ ਬੈਠਾ। ਸਤਿਗੁਰੂ ਜੀ ਕਹਿਣ ਲੱਗੇ ਨਹੀਂ ਭਾਈ, ਇਹ ਤਾਂ ਸੰਕੇਤ ਮੰਡੀ ਦਾ ਰਾਜਾ ਹਰੀ ਸੈਨ ਹੈ। ਕਹਿਣ ਲੱਗੇ ਜੀ ਸਾਡਾ ਪਿਤਾ ਹੈ। ਸਤਿਗੁਰੂ ਕਹਿਣ ਲੱਗੇ ਜਿੱਥੇ ਦਫਨਾਇਆ ਸੀ ਦੇਖੋ, ਤੇ ਜਦ ਉਹ ਕਬਰ ਨੂੰ ਪੁੱਟ ਕੇ ਦੇਖਿਆ ਇੱਕ ਸਰੀਰ ਉੱਥੇ ਪਿਆ ਹੋਇਆ ਹੈ, ਰਾਜੇ ਹਰੀ ਸੈਨ ਵਰਗਾ। ਰਾਜਾ ਹਰੀ ਸੈਨ ਨੂੰ ਉਹਨਾਂ ਚੰਡਾਲਾਂ ਤੋਂ ਸਤਿਗੁਰੂ ਜੀ ਛੁਡਾ ਕੇ ਲੈ ਆਏ ਹੈ। ਤੇ ਆ ਕਰਕੇ ਰਾਜਾ ਹਰੀ ਸੈਨ ਕਹਿਣ ਲੱਗਾ, ਸਤਿਗੁਰੂ ਜੀ ਇਹ ਸਾਰਾ ਕੁਝ ਮੈਂ ਸੁਪਨੇ ਵਿੱਚ ਦੇਖਿਆ। ਸੁਪਨੇ ਵਿੱਚ ਮੇਰੇ ਪੁੱਤਰ ਸਨ, ਇਹ ਕੀ ਭਾਣਾ ਵਰਤਿਆ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਹਰੀ ਸੈਨ ਤੂੰ ਮਨ ਵਿੱਚ ਸ਼ੰਕਾ ਕੀਤਾ ਸੀ ਕਿ ਜਦ ਲੇਖ ਹੀ ਨਹੀਂ ਮਿਟਣਾ ਫਿਰ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕੀ ਲਾਭ ਹੈ। ਇਹੋ ਹੀ ਲਾਭ ਹੈ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਕਿ ਗੁਰੂ ਜਿਹੜਾ ਹੈ ਨਾ ਉਹ ਲੇਖਾਂ ਨੂੰ ਸੁਪਨੇ 'ਚ ਭੁਗਤਾ ਦਿੰਦੇ। ਜੇ ਗੁਰੂ ਦੀ ਸ਼ਰਨ ਵਿੱਚ ਆਵਾਂਗੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਹੇ ਮਨੁੱਖ, ਹੇ ਭਾਈ, ਜਿਹੜਾ ਤੈਨੂੰ ਦੁੱਖ ਸੁੱਖ ਮਿਲ ਰਿਹਾ ਨੇ ਤੇਰੇ ਕਰਮਾਂ ਦਾ ਫਲ ਹੈ। ਕਤਿਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਕਹਿੰਦੇ ਕਿਸੇ ਨੂੰ ਦੋਸ਼ ਨਾ ਦੇਣਾ ਕਰ, ਤੇਰੇ ਕਰਮਾਂ ਦਾ ਫਲ ਹੈ। ਤਾਂ ਜੋ ਤੈਂ ਕਰਮ ਕੀਤੇ ਹੈ ਉਹਨਾਂ ਦਾ ਫਲ ਤੈਨੂੰ ਮਿਲ ਰਿਹਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਜਦ ਪਰਮੇਸ਼ਰ ਨੂੰ ਭੁਲਾ ਦਿੰਦੇ ਆ ਨਾ ਫਿਰ ਹਰ ਪ੍ਰਕਾਰ ਦੇ ਰੋਗ ਆ ਕੇ ਲੱਗ ਜਾਂਦੇ ਆ। ਆਦਿ ਵਿਆਧੀ ਔਰ ਉਪਾਧੀ, ਤਿੰਨ ਪ੍ਰਕਾਰ ਦੇ ਤਾਪ ਜਿਹੜੇ ਆ ਰੋਗ ਮੰਨੇ ਗਏ ਹੈ। ਆਦਿ ਵਿਆਧੀ ਔਰ ਉਪਾਧੀ। ਆਦਿ
ਜਿਹੜੇ ਹੈ ਮਨ ਦੇ ਰੋਗ ਨੇ, ਮਾਨਸਿਕ ਰੋਗ ਕਹਿ ਲਈਏ, ਮਨ ਦੇ ਰੋਗ ਨੇਗੇ ਆਦਿ। ਭਾਵ ਮਨ ਬੁਰਾਈਆਂ ਵੱਲ ਜਾ ਰਿਹਾ ਹੈ, ਅਨੇਕਾਂ ਪ੍ਰਕਾਰ ਦੇ ਰੋਗ ਲੱਗ ਜਾਂਦੇ ਹੈ, ਮਨ ਦੇ ਰੋਗ ਹੈ ਆਦਿ ਜਿਹਨੂੰ ਕਿਹਾ ਗਿਆ ਹੈ। ਫਿਰ ਵਿਆਧੀ ਸਰੀਰਕ ਰੋਗ ਨੇ, ਉਪਾਧੀ ਦੂਸਰੇ ਦੁਆਰਾ ਦਿੱਤੇ ਗਏ ਰੋਗ। ਜਿਵੇਂ ਕੋਈ ਕੁਝ ਮਾਰਦਾ ਹੈ, ਉਸ ਤੋਂ ਉਹ ਸੱਟ ਤੋਂ ਕੈਂਸਰ ਵਗੈਰਾ ਰੋਗ ਪੈਦਾ ਹੋ ਜਾਂਦੇ ਹੈ, ਜਾਂ ਦੂਸਰੇ ਦੁਆਰਾ ਦਿੱਤੇ ਗਏ ਦੁੱਖ। 3 ਪ੍ਰਕਾਰ ਦੇ ਰੋਗ ਜਿਹੜੇ ਹਨ, ਸਤਿਗੁਰੂ ਜੀ ਕਹਿੰਦੇ ਜਦੋਂ ਪਰਮਾਤਮਾ ਨੂੰ ਭੁੱਲ ਜਾਵਾਂਗੇ ਫਿਰ ਇਹ ਸਾਰੀ ਆ ਕੇ ਲੱਗ ਜਾਂਦੇ ਹੈ। ਵਿਆਪਨ ਸਭੇ ਰੋਗ, ਫਿਰ ਸਾਰੀ ਆ ਕੇ ਵਿਆਪਦੇ ਨੇ, ਆਦਿ ਵਿਆਧੀ ਔਰ ਉਪਾਧੀ। ਬਾਤ ਪਿੱਤ ਕਫ ਦੇ ਰੋਗ ਕਹਿੰਦੇ ਆ ਕੇ ਚਿੰਬੜ ਜਾਂਦੇ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਜਦੋਂ ਪਰਮਾਤਮਾ ਨੂੰ ਭੁਲਾ ਦਿੱਤਾ, ਵਾਹਿਗੁਰੂ ਨੂੰ ਵਿਸਾਰ ਦਿੱਤਾ, ਫਿਰ ਤਾਂ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪ੍ਰਮਾਈ। ਬਿਨਾਂ ਸਤਿਗੁਰਾਂ ਦੀ ਸੇਵਨਾ ਤੋਂ, ਆਰਾਧਨਾ ਤੋਂ ਸਤਿਗੁਰੂ ਜੀ ਕਹਿੰਦੇ ਬਹੁਤੇ ਦੁੱਖ ਆ ਕਰਕੇ ਲੱਗਦੇ ਆ, ਅਤੇ ਫਿਰ ਜੰਮਣ ਮਰਨ ਦਾ ਵੱਡਾ ਦੁੱਖ ਵੀ ਲੱਗ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਜਦੋਂ ਪਰਮਾਤਮਾ ਨੂੰ ਭੁਲਾ ਦੇਵਾਂਗੇ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਫਿਰ ਸਾਰੇ ਰੋਗ ਆ ਕਰਕੇ ਵਿਆਪਦੇ ਹੈ, ਸਾਰੇ ਰੋਗ ਆ ਕਰਕੇ ਚਿੰਬੜ ਜਾਂਦੇ ਹਨ। ਬੇਮਕ ਹੋਏ ਰਾਮ ਤੇ ਲੱਗਣਾ ਜਨਮ ਵਿਜੋਗ। ਜਦੋਂ ਪਰਮਾਤਮਾ ਤੋਂ ਬੇਮੁਖ ਹੋ ਗਏ, ਮਨ 'ਚ ਇਹੋ ਹੀ ਕਰ ਲਿਆ ਕਿ ਰੱਬ ਕੋਈ ਹੈ ਹੀ ਨਹੀਂ ਹੈ, ਪਰਮਾਤਮਾ ਹੈ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਬੇਮੁਖੀ ਹੋ ਗਿਆ, ਇਹ ਸਮਝ ਲਿਆ ਕਿ ਵਾਹਿਗੁਰੂ ਨੇ ਤਾਂ ਮੈਨੂੰ ਦਿੱਤਾ ਹੀ ਕੁਝ ਨਹੀਂ, ਅਕਿਰਤ ਘਣ ਬਣ ਗਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਦੋਂ ਬੇਮੁਖ ਹੋ ਗਿਆ ਨਾ ਪਰਮਾਤਮਾ ਤੋਂ, ਲੱਗਣ ਜਨਮ ਵਿਜੋਗ, ਫਿਰ ਤਾਂ ਸਤਿਗੁਰੂ ਜੀ ਕਹਿੰਦੇ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਦੇ ਰੋਗ ਲੱਗ ਜਾਂਦੇ ਆ ਕਿ ਭਾਵ ਜੰਮਣ ਮਰਨ ਦੇ ਚੱਕਰ ਵਿੱਚ ਪੈ ਜਾਂਦੇ। ਕਦੇ ਕਿਸੇ ਜੂਨੀ ਵਿੱਚ ਪੈ ਗਏ, ਕਦੇ ਕਿਸੇ ਵੀ ਜੂਨੀ ਦੇ ਵਿੱਚ ਪੈ ਗਏ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ। ਸਤਿਗੁਰੂ ਬਾਣੀ ਵਿੱਚ ਫਰਮਾਨ ਕਰ ਰਹੇ ਹੈ, ਕਹਿੰਦੇ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਸੰਪੀ ਪੰਖੀ ਸਰਪ ਹੋਇਓ, ਕਈ ਜਨਮ ਹੈ ਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰੰਕਾਲ ਇਹ ਦੇਹ ਸੰਜਰੀਆ। ਕਹਿੰਦੇ ਬੜੇ ਲੰਬੇ ਸਮੇਂ ਬਾਅਦ ਇਹ ਮਨੁੱਖਾ ਦੇਹੀ ਮਿਲੀ ਹੈ, ਇਹ ਮਿਲਣ ਦੇ ਵਾਸਤੇ ਮਿਲੀ ਹੈ ਕਿ ਪਰਮਾਤਮਾ ਨਾਲ ਮਿਲ। ਅਤੇ ਤੂੰ ਤਾਂ ਸਤਿਗੁਰੂ ਜੀ ਕਹਿੰਦੇ ਅਨੇਕਾਂ ਜਨਮ ਭੋਗ ਭੋਗ ਕੇ ਤੈਨੂੰ ਫੇਰ ਕਿਤੇ ਮਨੁੱਖਾ ਜਨਮ ਮਿਲੇ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਸਾ ਰਾਗ ਦੇ ਅੰਦਰ ਵੀ ਫਰਮਾਨ ਕਰ ਰਹੇ ਹੈ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਪਰਮਾਤਮਾ ਨੂੰ ਮਿਲਣ ਵਾਲੀ ਇਹੋ ਹੀ ਵਾਰੀ ਹੈ, ਮਨੁੱਖਾ ਜੀਵਨ ਪ੍ਰਾਪਤ ਹੋਇਆ। ਸਤਿਗੁਰੂ ਜੀ ਕਹਿੰਦੇ ਜੇ ਇਹ ਮਨੁੱਖਾ ਜੀਵਨ ਵਿੱਚ ਵੀ ਵਾਹਿਗੁਰੂ ਤੋਂ ਬੇਮੁਖ ਹੋ ਗਿਆ, ਫਿਰ ਤਾਂ ਇਉਂ ਸਮਝ ਲਾ ਲੱਗਣ ਜਨਮ ਵਿਜੋਗ। ਕਹਿੰਦੇ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਦੇ ਰੋਗ ਤੈਨੂੰ ਫੇਰ ਲੱਗ ਜਾਣਗੇ, ਫੇਰ ਲੱਗ ਜਾਣਾ, ਭਾਵ ਜੰਮਣ ਮਰਨ ਦੇ ਚੱਕਰ ਵਿੱਚ ਫੇਰ ਪੈ ਜਾਵੇਗਾ। ਖਿਨ ਮਹ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਪਰਮਾਤਮਾ ਨੂੰ ਵਿਸਾਰ ਕੇ ਇਹ ਜਿਤਨੇ ਵੀ ਮਾਇਆ ਦੇ ਭੋਗ ਨੇ ਨਾ, ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਸਿਨ ਵਿੱਚ ਹੀ ਕੌੜੇ ਹੋ ਜਾਂਦੇ ਆ। ਤਾਂ ਇੱਕ ਸਿਨ ਵਿੱਚ ਹੀ ਕੌੜੇ ਹੋ ਗਏ ਜਿਹੜੇ ਮਾਇਆ ਦੇ ਭੋਗ ਨੇ, ਜਿਨ੍ਹਾਂ ਨੂੰ ਤੂੰ ਆਪਣੇ ਸਮਝਦਾ ਹੈ, ਇੱਕ ਸਿਨ ਵਿੱਚ ਸਾਥ ਛੱਡ ਜਾਂਦੇ ਹੈ। ਸਤਿਗੁਰੂ ਮਹਾਰਾਜ ਜੀ
ਫਰਮਾਨ ਕਰ ਰਹੇ ਨੇ, ਕਹਿੰਦੇ ਇੱਕ ਸਿੰਨ ਦੇ ਵਿੱਚ ਕੌੜੇ ਹੋ ਜਾਣੇ ਹੈ ਜਿਨ੍ਹਾਂ ਨੂੰ ਆਪਣੇ ਸਮਝ ਰਹੇ ਹੈ, ਕਿਸੇ ਚੀਜ਼ ਨੇ ਤੇਰਾ ਸਾਥ ਨਹੀਂ ਹੈ ਦੇਣਾ। ਫਿਰ ਜਦ ਰੂਮ ਦਾ ਬਾਦਸ਼ਾਹ ਸਿਕੰਦਰ ਜਿਹੜਾ ਸੀ, ਉਹਨੇ ਬੜੀਆਂ ਲੜਾਈਆਂ ਲੜੀਆਂ, ਬੜੇ ਜੰਗ ਜਿੱਤੇ, ਆਪਣਾ ਰਾਜ ਬੜਾ ਫੈਲਾਇਆ, ਪਰ ਆਖਰੀ ਸਮਾਂ ਆਇਆ, ਆਖਰੀ ਸਮੇਂ ਦੇ ਵਿੱਚ ਦੇਖਦਾ ਹੈ ਕਿ ਨਾ ਤਾਂ ਮੈਨੂੰ ਰਾਜ ਭਾਗ ਨੇ ਪੈਸੇ ਨੇ ਕੰਮ ਦਿੱਤਾ, ਨਾ ਤਾਂ ਹੁਣ ਮੈਨੂੰ ਪੈਸਾ ਬਚਾ ਸਕਦਾ ਹੈ, ਤੇ ਨਾ ਜਿਨ੍ਹਾਂ ਵੈਦਾਂ ਡਾਕਟਰਾਂ 'ਤੇ ਮੈਂ ਮਾਣ ਕਰਦਾ ਸੀ, ਨਾ ਮੈਨੂੰ ਉਹ ਬਚਾ ਸਕਦੇ ਹੈ, ਤੇ ਨਾ ਸੈਨਾ ਮੈਨੂੰ ਬਚਾ ਸਕਦੀ ਹੈ। ਮੈਂ ਬੜਾ ਮਾਣ ਕੀਤਾ ਸੀ ਇਹਨਾਂ 3 ਚੀਜ਼ਾਂ ਦੇ ਉੱਪਰ। ਸੱਦਿਆ ਅਹਿਲਕਾਰਾਂ ਨੂੰ, ਕਹਿਣ ਲੱਗਾ ਵੀ ਜਿੱਥੋਂ ਦੀ ਮੇਰਾ ਜਨਾਜ਼ਾ ਅਰਥੀ ਜਾਣੀ ਹੈ ਨਾ, ਉਸ ਜਗ੍ਹਾ 'ਤੇ ਸਾਰਾ ਖਜ਼ਾਨਾ ਵਿਛਾ ਦਿੱਤਾ ਜਾਵੇ, ਉਹਦੇ ਉੱਪਰ ਦੀ ਲੰਘ ਕੇ ਜਾਇਆ ਜਾਵੇ, ਤੇ ਅਰਥੀ ਨੂੰ ਚੁੱਕਣ ਵਾਲੇ ਵੈਦ ਲੋਕ ਹੋਣੇ ਚਾਹੀਦੇ ਹੈ। ਵੈਦਾਂ ਨੂੰ ਚੁਕਾਈ ਜਾਵੇ ਅਰਥੀ। ਮੇਰੇ ਹੱਥ ਔਰ ਪੈਰ ਜਿਹੜੇ ਆ ਨਾ, ਇਹ ਨੰਗੇ ਰੱਖੇ ਜਾਣ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਅੱਜ ਦੁਨੀਆ ਦਾ ਬਾਦਸ਼ਾਹ ਖਾਲੀ ਹੱਥ ਔਰ ਨੰਗੇ ਪੈਰੀਂ ਜਾ ਰਹੇ ਹੈ। ਖਾਲੀ ਹੱਥ ਔਰ ਨੰਗੇ ਪੈਰੀਂ ਜਾ ਰਹੇ ਹੈ, ਦੁਨੀਆ ਨੂੰ ਪਤਾ ਲੱਗੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਨੇ, ਕਹਿੰਦੇ ਜਿਨ੍ਹਾਂ ਨੂੰ ਤੂੰ ਆਪਣੇ ਸਮਝ ਰਿਹਾ ਹੈ, ਉਹ ਤਾਂ ਇੱਕ ਸਿੰਨ ਵਿੱਚ ਕੌੜੇ ਹੋ ਜਾਣੇ ਆ। ਜਿਹੜੇ ਮਾਇਆ ਦੇ ਭੋਗ ਨੇ ਨਾ, ਸਤਿਗੁਰੂ ਜੀ ਕਹਿੰਦੇ ਇੱਕ ਸਿੰਨ ਵਿੱਚ ਕੌੜੇ ਹੋ ਜਾਣਗੇ। ਵਿੱਚ ਨਾ ਕੋਈ ਕਰ ਸਕੈ, ਕਿਸ ਥਾਰੋ ਹਰੋਜ। ਕੋਈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵਿੱਚ ਕਹੀਏ ਵਿਚੋਲਗੀ, ਕਹਿੰਦੇ ਕੋਈ ਵਿਚੋਲਗੀ ਨਹੀਂ ਕਰ ਸਕਦਾ, ਕੋਈ ਵਿੱਚ ਕਹੀਏ ਸਹਾਇਤਾ ਨਹੀਂ ਕਰ ਸਕਦਾ। ਕਹਿੰਦੇ ਉਸ ਸਮੇਂ ਕਿਸੇ ਨੇ ਸਾਥ ਨਹੀਂ ਦੇਣਾ, ਕਿਸੇ ਨੇ ਨਹੀਂ ਕਹਿਣਾ ਜਮਾਂ ਨੂੰ ਵੀ ਛੱਡ ਦੇਵੋ ਇਹਨੂੰ, ਕੋਈ ਨਹੀਂ ਵਿਚੋਲਗੀ ਕਰਦਾ, ਇਹ ਕੋਈ ਨਹੀਂ ਤੇਰਾ ਸਾਥ ਦਿੰਦਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਵਿੱਚ ਨਾ ਕੋਈ ਕਰ ਸਕੈ, ਕੋਈ ਸਹਾਇਤਾ ਨਹੀਂ ਕਰ ਸਕਦਾ। ਧੰਨ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿਸ ਥੈ ਰੋਵੈ ਰੋਜ਼, ਕਿਹਦੇ ਅੱਗੇ ਰੋਣੇ ਰੋਵੇਂਗਾ, ਕਿਸੇ ਨੇ ਸਹਾਇਤਾ ਨਹੀਂ ਕਰਨੀ। ਇੱਕ ਬਾਦਸ਼ਾਹ ਨੇ, ਰਾਜੇ ਨੇ ਵਜ਼ੀਰਾਂ ਨੂੰ ਕਹਿ ਕੇ ਨਾ ਮੂਰਖਾਂ ਨੂੰ ਇਕੱਠੇ ਕੀਤਾ, ਪਾਗਲਾਂ ਨੂੰ। ਦੇਖਿਆ, ਕਹਿੰਦੇ ਵੀ ਜਿਹੜਾ ਸਭ ਤੋਂ ਵੱਡਾ ਪਾਗਲ ਹੈ ਉਹ ਆ ਸੋਨੇ ਦੀ ਸਟੀ ਲੈ ਜਾਵੋ। ਜੇ ਉਹਨੂੰ ਕੋਈ ਹੋਰ ਉਹ ਤੋਂ ਵੱਡਾ ਪਾਗਲ ਮਿਲਿਆ ਨਾ, ਉਹਨੂੰ ਫੜਾਉਣੀ ਹੈ। ਇੱਕ ਚੁਣਿਆ ਗਿਆ, ਉਹਨੂੰ ਸਟੀ ਫੜਾ ਦਿੱਤੀ। ਕਹਿੰਦੇ ਵੀ ਜਦੋਂ ਤੈਨੂੰ ਤੈਥੋਂ ਵੱਡਾ ਕੋਈ ਪਾਗਲ ਮਿਲ ਗਿਆ ਨਾ, ਉਹਨੂੰ ਇਹ ਫੜਾਉਣੀ ਹੈ, ਨਹੀਂ ਤੂੰ ਕੋਲ ਰੱਖਣੀ ਹੈ। ਕਹਿਣ ਲੱਗਾ ਵੀ ਠੀਕ ਹੈ। ਹੁਣ ਉਹ ਪਾਗਲ ਸਟੀ ਸੋਨੇ ਦੀ ਲੈ ਕਰਕੇ ਚਲਿਆ ਗਿਆ। ਸਮਾਂ ਆਇਆ, ਬਾਦਸ਼ਾਹ ਦਾ ਆਖਰੀ ਸਮਾਂ ਆਇਆ। ਕਹਿੰਦੇ ਵੀ ਉਸ ਪਾਗਲ ਨੂੰ ਬੁਲਾ ਕੇ ਲੈ ਕੇ ਆਓ। ਲਿਆਂਦਾ, ਕਹਿੰਦੇ ਵੀ ਸਟੀ ਕਿਸੇ ਨੂੰ ਫੜਾਈ ਕਿ ਨਾ, ਤਾਂ ਇੱਥੋਂ ਵੱਡਾ ਕੋਈ ਪਾਗਲ ਮਿਲਿਆ ਕਿ ਨਾ। ਕਹਿਣ ਲੱਗਾ ਨਹੀਂ, ਹਾਲ ਤੱਕ ਤਾਂ ਨਹੀਂ ਮਿਲਿਆ। ਬਾਦਸ਼ਾਹ ਕੀ ਗੱਲ, ਤੁਸੀਂ ਇੱਦਾਂ ਪਿਓ? ਕਹਿਣ ਲੱਗਾ ਮੇਰਾ ਆਖਰੀ ਸਮਾਂ ਹੋ ਗਿਆ। ਕਹਿੰਦਾ ਤੁਹਾਡੇ ਕੋਲੇ ਤਾਂ ਸੈਨਾ ਬਹੁਤ ਹੈ, ਤੁਹਾਡੀ ਸਹਾਇਤਾ ਕਰੇਗੀ। ਕਹਿਣ ਲੱਗਾ ਨਹੀਂ, ਇਹ ਸਹਾਇਤਾ ਨਹੀਂ ਹੁਣ ਕਰ ਸਕਦੀ। ਫਿਰ ਕਿੱਥੇ ਚੱਲੇ ਹੋ? ਕਹਿੰਦਾ ਪਰਲੋਕ ਨੂੰ। ਕਹਿਣ ਲੱਗੇ ਰਾਜਨ, ਰਾਣੀਆਂ ਨੂੰ ਵੀ ਨਾਲ ਲੈ ਕੇ ਜਾਵੋਗੇ? ਰਾਜਾ ਕਹਿਣ ਲੱਗਾ ਨਹੀਂ, ਉੱਥੇ ਕਿਸੇ ਨੇ ਨਾਲ ਨਹੀਂ ਜਾਣਾ। ਫਿਰ ਰਾਜਨ, ਧਨ ਪਦਾਰਥ ਤਾਂ ਬਹੁਤ ਹੈ, ਇਹ ਤਾਂ ਨਾਲ ਪੱਲੇ ਬੰਨ੍ਹ ਕੇ ਲੈ ਜਾਇਓ, ਉੱਥੇ ਖਰਚੇ ਵਾਸਤੇ ਲੋੜ ਪੈਣੀ ਹੈ। ਕਹਿਣ ਲੱਗਾ ਇਹ ਵੀ ਨਾਲ ਨਹੀਂ ਜਾਣਾ। ਉਹ ਮੂਰਖ ਕਹਿਣ ਲੱਗਾ ਰਾਜਨ, ਆਹ ਫੜ ਆਪਣੀ ਛੋਟੀ,
ਮੈਥੋਂ ਵੱਡਾ ਤੂੰ ਮੂਰਖ ਹੈ, ਜਿਹਨੂੰ ਇੰਨਾ ਕੁਝ ਪਤਾ ਹੁੰਦਿਆਂ ਹੋਇਆਂ ਵੀ ਪਰਮਾਤਮਾ ਦੀ ਬੰਦਗੀ ਨਹੀਂ ਕਰੀ, ਪਰਮਾਤਮਾ ਦਾ ਸਿਮਰਨ ਨਹੀਂ ਕੀਤਾ। ਤੈਨੂੰ ਇੰਨਾ ਤਾਂ ਪਤਾ ਸੀ, ਤੈਨੂੰ ਪਤਾ ਸੀ, ਪਤਾ ਹੁੰਦਿਆਂ ਹੋਇਆਂ ਵੀ ਤੂੰ ਪਰਮਾਤਮਾ ਦੀ ਬੰਦਗੀ ਨਹੀਂ ਕਰੀ, ਤੇ ਮੈਥੋਂ ਵੱਡਾ ਮੂਰਖ ਤਾਂ ਤੂੰ ਆ। ਆਪਣੀ ਸਾਂਭ, ਮੈਨੂੰ ਤੂੰ ਹੀ ਮੈਥੋਂ ਵੱਡਾ ਮਿਲਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਉੱਥੇ ਨਹੀਂ ਕੋਈ ਸਹਾਇਤਾ ਕਰ ਸਕਦਾ, ਪਰਮਾਤਮਾ ਦਾ ਨਾਮ ਸਹਾਇਤਾ ਕਰਨ ਵਾਲਾ ਹੈ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼। ਕਹਿੰਦੇ ਕੋਈ ਵਿਚੋਲਗੀ ਨਹੀਂ ਹੋਣੀ, ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ, ਫਿਰ ਕਿਹਦੇ ਅੱਗੇ ਰੋਣਾ ਰੋਵੇਂਗਾ। ਜਦੋਂ ਮਾਰਾਂ ਪਈਆਂ ਜਮਾਂ ਦੀਆਂ, ਫਿਰ ਤਾਂ ਸਤਿਗੁਰੂ ਜੀ ਕਹਿੰਦੇ ਪਛਤਾਵਾ ਹੀ ਪੱਲੇ ਹੋਵੇਗਾ। ਕੀਤਾ ਕਿਛੁ ਨਾ ਹੋਵਈ, ਲਿਖਿਆ ਤੁਰ ਸੰਜੋਗ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਹੈ, ਕਹਿੰਦੇ ਕਿਸੇ ਦਾ ਕੀਤਾ ਹੋਇਆ ਕੁਝ ਨਹੀਂ ਹੋਣਾ। ਫਿਰ ਕਿਸੇ ਦਾ ਕੀਤਾ ਹੋਇਆ ਕੁਝ ਨਹੀਂ ਹੁੰਦਾ। ਇਹ ਤਾਂ ਧੁਰੋਂ ਜਿਵੇਂ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਨਾ, ਲਿਖਿਆ ਧੁਰ ਸੰਜੋਗ, ਉਹਦੇ ਮੁਤਾਬਕ ਹੀ ਸੰਜੋਗ ਹੁੰਦੇ ਹੈ। ਕਿਸੇ ਦਾ ਕੀਤਾ ਹੋਇਆ ਕੁਝ ਨਹੀਂ ਹੁੰਦਾ। ਕਹਿੰਦੇ ਆਪਣਾ ਜੀਵਨ ਸਵਾਰਨ ਵਾਸਤੇ ਪ੍ਰਮਾਤਮਾ ਦਾ ਨਾਮ ਜਪ ਲਾ। ਇਹ ਜਿਹੜਾ ਦੁੱਖ ਸੁੱਖ ਹੈ ਤਾਂ ਧੁਰੋਂ ਵਾਹਿਗੁਰੂ ਵੱਲੋਂ ਲੇਖ ਲਿਖਿਆ ਗਿਆ ਹੈ। ਸਤਿਗੁਰੂ ਜੀ ਕਹਿੰਦੇ ਕਿਸੇ ਦਾ ਕੀਤਾ ਕੁਝ ਨਹੀਂ ਹੁੰਦਾ। ਬੜ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰ ਹੈ ਸਭ ਵਿਯੋਗ। ਸਤਿਗੁਰੂ ਮਹਾਰਾਜ ਜੀ ਫਰਮਾਨ ਕਰ ਰਹੇ ਨੇ, ਕਹਿੰਦੇ ਵੱਡਿਆਂ ਭਾਗਾਂ ਦੇ ਦੁਆਰਾ ਹੀ ਨਾ ਕੋਈ ਨਿਸ਼ਕਾਮ ਕਰਮ ਕੀਤੇ ਹੋਣ ਪਿਛਲੇ ਜਨਮ ਦੇ, ਉਹਦੇ ਮੁਤਾਬਕ ਹੀ ਮੇਰਾ ਪ੍ਰਭੂ ਮਿਲਦਾ ਹੈ। ਮੇਰਾ ਪਰਮਾਤਮਾ ਜੋ ਹੈ ਵੱਡਿਆਂ ਭਾਗਾਂ ਨਾਲ ਮਿਲਦਾ, ਚੰਗੇ ਕਰਮਾਂ ਨਾਲ ਮਿਲਦਾ ਹੈ। ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਤਾਂ ਉਤਰ ਹੈ ਸਭ ਬੇਯੋਗ। ਫਿਰ ਸਾਰੇ ਝੂਰੇ ਫਿਕਰ ਮਿਟ ਜਾਂਦੇ ਹੈ ਜੇ ਕਿਤੇ ਪ੍ਰਭੂ ਮਿਲ ਜਾਵੇ। ਸਤਿਗੁਰੂ ਜੀ ਕਹਿੰਦੇ ਪਰ ਪ੍ਰਭੂ ਦੀ ਪ੍ਰਾਪਤੀ, ਪਰਮੇਸ਼ਰ ਦੀ ਪ੍ਰਾਪਤੀ ਜੋ ਹੈ ਉਹ ਵੱਡਿਆਂ ਭਾਗਾਂ ਨਾਲ ਹੁੰਦੀ ਹੈ। ਨਾਨਕ ਕਾ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਹੇ ਮੇਰੇ ਸਾਹਿਬ, ਮੈਂ ਤੇਰੇ ਦਰ 'ਤੇ ਨਾ ਸਾਰੇ ਦੁਆਰੇ ਛੱਡ ਕੇ ਆ ਗਿਆ। ਸਗਲ ਦੁਆਰ ਕਉ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜਿਆਸ ਗੋਬਿੰਦ ਦਾਸ ਤੁਹਾਰ। ਜਿਉਂ ਭਾਵੈ ਤਿਉਂ ਰੱਖ ਲੈ, ਹਮ ਸਰਣ ਪ੍ਰਭ ਆਏ ਰਾਮ ਰਾਜੇ। ਹੇ ਵਾਹਿਗੁਰੂ, ਤੇਰੀ ਸਰਣ ਵਿੱਚ ਆਇਆ, ਜਿਵੇਂ ਭਾਉਂਦਾ ਕਿਰਪਾ ਕਰ ਮੈਨੂੰ ਰੱਖ ਲੈਣਾ ਕਰ। ਅਰਦਾਸ ਬੇਨਤੀ ਕਰਨ ਦਾ ਢੰਗ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੀਏ। ਹੇ ਵਾਹਿਗੁਰੂ, ਨਾਨਕ ਕਉ ਪ੍ਰਭ ਰਾਖ ਲੇਹੇ, ਮੈਨੂੰ ਦਾਸ ਨੂੰ ਰੱਖ ਲੈਣਾ ਕਰ। ਤੂੰ ਤਾਂ ਹੇ ਵਾਹਿਗੁਰੂ, ਤੂੰ ਮੇਰੇ ਸਾਹਿਬ ਬੰਦੀ ਮੋਚ, ਤੂੰ ਤਾਂ ਬੰਦੀ ਛੋੜਦਾ ਤੈਂ, ਤੂੰ ਤਾਂ ਬੰਦੀ ਛਡਾਉਣ ਵਾਲਾ ਹੈ, ਕਿਰਪਾ ਕਰ ਦੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਏਮਨਾਬਾਦ ਦੇ ਵਿੱਚ ਬਾਬਰ ਦੀ ਕੈਦ ਦੇ ਵਿੱਚੋਂ ਅਨੇਕਾਂ ਬੰਦੀਆਂ ਨੂੰ ਛੁਡਾਉਣਾ ਕੀਤਾ। ਅਨੇਕਾਂ ਨੂੰ ਬਾਬਰ ਦੀ ਕੈਦ ਦੇ ਵਿੱਚੋਂ ਰਿਹਾ ਕਰਵਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ। ਫਿਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 6ਵੇਂ ਪਾਤਸ਼ਾਹ ਜੀਆਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ। ਸਤਿਗੁਰਾਂ ਨੇ ਕਿਰਪਾ ਕੀਤੀ ਬਹਾਦਰ ਸ਼ਾਹ ਦੇ ਉੱਪਰ, ਜਿੱਤ ਦਿਵਾਈ। ਔਰੰਗਜ਼ੇਬ ਵੱਲੋਂ ਕੀਤੇ ਹੋਏ ਬੰਦੀਆਂ ਨੂੰ ਰਿਹਾ ਕਰਵਾਇਆ 10ਵੇਂ ਪਾਤਸ਼ਾਹ ਜੀਆਂ ਨੇ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਹਜ਼ੂਰ ਸਾਹਿਬ ਗਏ ਹੈ। ਜਦ 1708 ਦੇ ਵਿੱਚ ਸਤਿਗੁਰੂ ਮਹਾਰਾਜ ਜੀਆਂ ਨੇ ਪੰਜ ਭੌਤਿਕ ਸਰੀਰ ਨੂੰ ਤਿਆਗ ਦਿੱਤਾ,
ਤੇ 1738 ਦੇ ਵਿੱਚ ਰਾਜਾ ਰੁਸਮਤ ਰਾਏ ਤੇ ਬਾਲਾ ਰਾਏ ਤਕਰੀਬਨ 30 ਸਾਲ ਬਾਅਦ ਪੂਨੇ ਸਤਾਰੇ ਦੀ ਕੈਦ ਦੇ ਅੰਦਰ ਯਾਦ ਕਰ ਰਹੇ ਹੈ। ਉੱਥੇ ਇੱਕ ਅਹਿਲਕਾਰ ਨੇ ਇਹਨਾਂ ਨੂੰ ਕਹਿ ਦਿੱਤਾ ਹੈ ਕਿ ਤੁਹਾਨੂੰ ਇਸ ਕੈਦ ਵਿੱਚੋਂ ਛੁਡਾਉਣ ਵਾਲਾ ਕੋਈ ਨਹੀਂ, ਜੇ ਛੁਡਾ ਸਕਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਯਾਦ ਕਰੋ। ਅਰਾਧਨਾ ਕੀਤੀ ਹੈ ਤੇ ਸਤਿਗੁਰੂ ਮਹਾਰਾਜ ਜੀ ਪ੍ਰਤੱਖ ਕੈਦ ਦੇ ਵਿੱਚ ਹਾਜ਼ਰ ਹੋ ਗਏ ਹੈ ਤੇ ਦੋਨਾਂ ਰਾਜਿਆਂ ਨੂੰ ਕਹਿ ਦਿੱਤਾ ਕਿ ਘੋੜੇ ਦੇ ਪੈਰ ਪਕੜ ਲਵੋ। ਪੂਨੇ ਸਤਾਰੇ ਦੀ ਕੈਦ ਦੇ ਵਿੱਚੋਂ ਰਿਹਾ ਕਰਾ ਕੇ ਮਨਵਾੜ ਵਿਖੇ ਲਿਆ ਕੇ ਛੱਡ ਦਿੱਤੇ 30 ਸਾਲ ਬਾਅਦ। ਹੇ ਵਾਹਿਗੁਰੂ, ਤੂੰ ਤਾਂ ਬੰਦੀ ਮੋਚ ਹੈ, ਤੂੰ ਬੰਦੀ ਛੋੜ ਦਾਤਾ ਹੈ, ਕਿਰਪਾ ਕਰ ਦੇ ਹੇ ਵਾਹਿਗੁਰੂ। ਨਾਨਕ ਕੋ ਪ੍ਰਭ ਰਾਖ ਲੈ, ਮੈਨੂੰ ਵੀ ਕਿਰਪਾ ਕਰਕੇ ਹੇ ਵਾਹਿਗੁਰੂ ਇਹ ਮਾਇਆਬ ਕੀ ਕੈਦ ਦੇ ਵਿੱਚੋਂ ਛੁਡਾ ਦੇਣਾ ਕਰ। ਕਿਰਪਾ ਕਰ ਦੇ ਸਤਿਗੁਰੂ, ਕਿਰਪਾ ਕਰਨਾ ਕਰ। ਇਹ ਜੰਮਣ ਮਰਨ ਦੇ ਚੱਕਰ 'ਚੋਂ ਮੈਨੂੰ ਵੀ ਰਿਹਾ ਕਰਵਾ ਦੇ, ਮੈਨੂੰ ਵੀ ਛੁਡਾ ਦੇਣਾ ਕਰ। ਕਤਕ ਹੋਵੈ ਸਾਧ ਸੰਗ ਵਿਨ ਸਹਿ ਸਭੇ ਸੋਚ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਮਾਪਤੀ ਕਰ ਰਹੇ। ਹੁਣ ਕੱਤਕ ਦਾ ਮਹੀਨਾ ਸ਼ੁਰੂ ਹੋ ਗਿਆ। ਸਮਾਂ ਸੀ ਕੱਤਕ ਦੇ ਮਹੀਨੇ ਔਰ ਪੋਹ ਦੇ ਮਹੀਨੇ ਦੇ ਤਾਈਂ ਮਾੜਾ ਮੰਨਿਆ ਜਾਂਦਾ। ਜੇ ਕੋਈ ਜਨਮ ਲੈ ਲੈਂਦਾ ਇਸ ਮਹੀਨੇ ਦੇ ਵਿੱਚ ਨਾ ਬੱਚਾ, ਉਹਨੂੰ ਬੜਾ ਮਾੜਾ ਮੰਨਿਆ ਜਾਂਦਾ ਸੀ। ਕੱਤਕ ਦੇ ਮਹੀਨੇ ਦੇ ਵਿੱਚ ਜਨਮ ਹੁੰਦਾ ਪੁੱਤਰ ਦਾ, ਉਹਨੂੰ ਮਾੜਾ ਮੰਨਿਆ ਜਾਂਦਾ। ਪੋਹ ਦੇ ਮਹੀਨੇ ਦੇ ਵਿੱਚ ਜਨਮ ਹੋ ਜਾਂਦਾ, ਉਹਨੂੰ ਵੀ ਮਾੜਾ ਮੰਨਿਆ ਜਾਂਦਾ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਨੇ ਅਵਤਾਰ ਧਾਰਿਆ ਕੱਤਕ ਦੇ ਮਹੀਨੇ ਵਿੱਚ। ਇਹ ਭਰਮ ਲੋਕਾਂ ਦੇ ਦਿਲਾਂ 'ਚੋਂ ਕੱਢਣ ਦੀ ਖਾਤਰ ਭਾਈ ਗੁਰਦਾਸ ਜੀ ਕਹਿੰਦੇ ਕੱਤਕ ਮਹਾਰੁੱਤ ਸਰਦ ਪੂਰਨਮਾਸੀ। ਕਹਿੰਦੇ ਕੱਤਕ ਦਾ ਮਹੀਨਾ ਸਰਦ ਰੁੱਤ ਦੀ ਪੂਰਨਮਾਸੀ ਨੂੰ ਆਜ ਤੇਰੀ ਵਾਰੀ ਆਈ ਹੈ। ਹੇ ਗੁਰੂ ਨਾਨਕ ਸਾਹਿਬ, ਤੇਰੀ ਵਾਰੀ ਆ ਗਈ ਹੈ। ਕੱਤਕ ਦੇ ਮਹੀਨੇ 'ਚ ਸਰਦ ਰੁੱਤ ਦੀ ਪੂਰਨਮਾਸੀ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦਾ ਅਵਤਾਰ ਹੋਇਆ। ਕੱਤਕ ਦੇ ਮਹੀਨੇ ਨੂੰ ਜਿਹਨੂੰ ਲੋਕੀ ਮਾੜਾ ਸਮਝਦੇ ਸਨ, ਉਸ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਅਵਤਾਰ ਲੈ ਕੇ ਨਾ ਇਸ ਕੱਤਕ ਦੇ ਮਹੀਨੇ ਨੂੰ ਫਲਦਾਇਕ ਬਣਾ ਦਿੱਤਾ ਹੈ, ਕਿਰਪਾ ਕਰ ਦਿੱਤੀ ਹੈ। ਲੋਕਾਂ ਦੇ ਮਨਾਂ 'ਚੋਂ ਇਹ ਭਰਮ ਕੱਢਤਾ ਵੀ ਕੱਤਕ ਦਾ ਮਹੀਨਾ ਮਾੜਾ ਨਹੀਂ ਹੈ, ਸਾਡੇ ਕਰਮਾਂ ਦਾ ਫਲ ਹੈ, ਸਾਡੇ ਕਰਮਾਂ ਦਾ ਫਲ ਹੈ ਜੋ ਜੀਵਨ ਨੂੰ ਮਿਲ ਰਿਹਾ। ਮਹੀਨਾ ਕੋਈ ਮਾੜਾ ਨਹੀਂ, ਕੋਈ ਦਿਨ ਨਹੀਂ, ਕੋਈ ਰੁੱਤ ਨਹੀਂ, ਕੋਈ ਥਿੱਤ ਨਹੀਂ। ਫਿਰ ਪੋਹ ਦੇ ਮਹੀਨੇ ਨੂੰ ਮਾੜਾ ਮੰਨਿਆ ਜਾ ਰਿਹਾ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਪੋਹ ਸੁਦੀ 7ਵੀਂ ਨੂੰ ਅਵਤਾਰ ਧਾਰਿਆ। ਪੋਹ ਦੇ ਮਹੀਨੇ ਵਿੱਚ ਪੋਹ ਨੂੰ ਫਲਦਾਇਕ ਕੀਤਾ। ਉਹ ਵੀ ਮਨਾਂ 'ਚੋਂ ਭਰਮ ਕੱਢ ਦਿੱਤਾ ਹੈ ਕਿ ਪੋਹ ਦਾ ਮਹੀਨਾ ਵੀ ਕੋਈ ਮਾੜਾ ਨਹੀਂ ਹੈ। 2 ਮਹੀਨਿਆਂ ਨੂੰ ਲੋਕੀ ਮਾੜਾ ਸਮਝਦੇ ਸਨ ਕਿ ਜੇ ਇਹਦੇ ਵਿੱਚ ਪੁੱਤਰ ਜਨਮ ਲੈ ਲੈਂਦਾ ਸੀ ਮਾੜਾ ਸਮਝਿਆ ਜਾਂਦਾ ਸੀ। ਪਰ ਸਤਿਗੁਰਾਂ ਨੇ ਵਹਿਮ ਇਹ ਭਰਮ ਲੋਕਾਂ ਦੇ ਮਨਾਂ 'ਚੋਂ ਕੱਢ ਦਿੱਤਾ ਹੈ। ਇਹੋ ਜਿਹੇ ਭਰਮ ਸਾਡੇ ਵਿੱਚ ਫੈਲਾਏ ਗਏ ਸਨ ਕਿ ਐਵੇਂ ਮਾੜਾ ਸਮਝੀ ਜਾਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਕੁਝ ਮਾੜਾ ਨਹੀਂ ਹੈ, ਇਹ ਤੇਰੇ ਕਰਮਾਂ ਦਾ ਦੋਸ਼ ਹੈ। ਤੇ ਜੇ ਤੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਸਤ ਸੰਗਤ ਕਰੇ, ਕਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਜੇ ਸਤ ਸੰਗਤ ਕਰੇ, ਸਤ ਸੰਗਤ ਦੇ ਵਿੱਚ ਆ ਕਰਕੇ ਨਾਮ ਬਾਣੀ ਨੂੰ ਸੁਣੇ, ਪੜ੍ਹੇ ਵਿਚਾਰੇ ਮੰਨਣ ਕਰੇ, ਪਹਿਲਾਂ ਸੁਣੇ ਮੰਨਣ ਕਰੇ, ਫਿਰ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲੇ, ਮਨੁੱਖਾ ਜੀਵਨ ਸਫਲ ਹੈ। ਸਤਿਗੁਰੂ ਜੀ ਕਹਿੰਦੇ ਬਿਨਸਾ ਸਭੇ ਸੋਚ, ਸਾਰੇ ਫਿਕਰ ਝੋਰੇ ਦੂਰ ਹੋ ਜਾਣੇ ਆ।
ਕੋਈ ਸੋਚ ਨਹੀਂ ਹੈ ਰਹਿਣੀ। ਜੰਮਣ ਮਰਨ ਦੇ ਚੱਕਰ ਤਾਂ ਦੂਰ ਹੋ ਜਾਣਗੇ, ਮੁਕਤ ਹੋ ਜਾਵੇਗਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਤ ਸੰਗਤ ਕਰ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਕਿਰਪਾ ਕਰਨ, ਬਖਸ਼ੇ ਹੋਏ ਉਪਦੇਸ਼ ਹਿਰਦਿਆਂ ਦੇ ਵਿੱਚ ਵਸਣ, ਗੁਰੂ ਵਾਲੇ ਬਣੀਏ, ਸਤ ਸੰਗਤ ਕਰਿਆ ਕਰੀਏ, ਸੇਵਾ ਅਤੇ ਸਿਮਰਨ ਦੇ ਨਾਲ ਜੁੜੀਏ, ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਨਾਨਕ ਕੋ ਪ੍ਰਭ ਰਾਖ ਲੇਹ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਪੈ ਅਰਦਾਸ, ਜੀਉ ਪਿੰਡ ਸਭ